ਹਾਲੇਲੂਇਆ। ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਕੀ। ਆਈਏ ਅੱਜ ਅਸੀਂ ਪਰਮੇਸ਼ਵਰ ਦੇ ਜੋ ਖਾਸ ਇੱਕ ਯੋਜਨਾ ਦੇ ਬਾਰੇ ਦੇਖਾਂਗੇ, ਜੋ ਕਿ ਹੁਣ ਤੁਹਾਨੂੰ ਸਭ ਨੂੰ ਪਤਾ ਹੈ 25 ਦਸੰਬਰ ਦਾ ਦਿਨ ਚੱਲ ਰਿਹਾ ਹੈ ਔਰ 25 ਦਸੰਬਰ ਦਾ ਸਮਾਂ ਚੱਲ ਰਿਹਾ ਹੈ। ਯਾਨੀ ਕਿ ਹਿਸਟਰੀ ਦੇ ਮੁਤਾਬਕ ਦੇਖੀਏ ਤਾਂ ਯਿਸੂ ਮਸੀਹ ਦਾ ਜੋ ਜਨਮ ਦਿਹਾੜਾ ਚੱਲ ਰਿਹਾ ਹੈ। ਅੱਜ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਯਿਸੂ ਮਸੀਹ ਦੇ ਜਨਮ ਦੇ ਬਾਰੇ ਪਰਮੇਸ਼ਰ ਦਾ ਕੀ ਕਹਿਣਾ ਹੈ ਔਰ ਪਰਮੇਸ਼ਰ ਦਾ ਵਚਨ ਯਿਸੂ ਮਸੀਹ ਦੇ ਜਨਮ ਦੇ ਬਾਰੇ ਕੀ ਕਹਿੰਦਾ ਹੈ। ਦੀ ਬਰਥ ਆਫ ਜੀਸਸ ਕ੍ਰਾਈਸਟ। ਯਿਸੂ ਮਸੀਹ ਦਾ ਜਨਮ ਇੱਕ ਖਾਸ ਰੀਤੀ ਦੇ ਨਾਲ ਹੋਇਆ ਔਰ ਤੁਹਾਨੂੰ ਪਤਾ ਹੈ, ਹਰੇਕ ਜਣ ਇਸ ਗੱਲ ਨੂੰ ਜਾਣਦਾ ਹੈ ਕਿ ਜਦੋਂ ਅਸੀਂ ਯਸ਼ਾਇਆ ਦੀ ਪੁਸਤਕ 7 ਅਧਿਆਇ 14 ਵਚਨ ਦੇ ਵਿੱਚ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਵਿੱਚ ਤੁਹਾਨੂੰ ਉਹ ਆਇਤ ਅੱਛੇ ਤਰੀਕੇ ਦੇ ਨਾਲ ਰਿਮੈਂਬਰਾਈਜ਼ ਹੈ ਕਿ ਵੇਖੋ ਇੱਕ ਕੁਆਰੀ ਗਰਭਵਤੀ ਹੋਏਗੀ ਔਰ ਪੁੱਤਰ ਜਨੇਗਾ, ਉਹਦਾ ਨਾਮ ਇਮਾਨੂਅਲ ਰੱਖਿਆ ਜਾਏਗਾ। ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਦਾ ਜਿਹੜਾ ਸਹੀ ਰੂਪ ਕੀ ਹੈ, ਜੋ ਉਹ ਤਾਂ ਇੱਕ ਨਬੀ ਦੇ ਦੁਆਰਾ ਪਰਮੇਸ਼ਰ ਨੇ ਪਵਿੱਤਰ ਆਤਮਾ ਦੇ ਦੁਆਰਾ ਇੱਕ ਨਬੀ ਦੇ ਉੱਤੇ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ। ਪਰ ਅਸਲ ਦੇ ਵਿੱਚ ਉਸ ਭਵਿੱਖਬਾਣੀ ਤੋਂ ਪਹਿਲਾਂ ਕਿ ਯਿਸੂ ਮਸੀਹ ਦੇ ਜਨਮ ਦੇ ਬਾਰੇ ਪਰਮੇਸ਼ਰ ਦਾ ਵਚਨ ਆਖਦਾ ਹੈ, ਪਰਮੇਸ਼ਰ ਦੇ ਮਨ ਦੇ ਵਿੱਚ ਕੀ ਸੀ ਸਭ ਤੋਂ ਪਹਿਲਾਂ, ਇਸ ਭਵਿੱਖਬਾਣੀ ਤੋਂ ਪਹਿਲਾਂ ਪਰਮੇਸ਼ਰ ਦੇ ਮਨ ਦੇ ਵਿੱਚ ਕੀ ਸੀ ਲੋਕਾਂ ਉੱਤੇ ਪ੍ਰਗਟ ਕਰਨ ਤੋਂ ਪਹਿਲਾਂ ਗੱਲ। ਇਹ ਗੱਲ ਅਸਲ ਦੇ ਵਿੱਚ ਉਦੋਂ ਜ਼ਾਹਰ ਹੁੰਦੀ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਜਦੋਂ ਯਿਸੂ ਮਸੀਹ ਦੀ ਜੋ ਮਾਤਾ ਮਰੀਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੋਈ ਔਰ ਤੁਸੀਂ ਦੇਖਦੇ ਹੋ ਕਿ ਲੋਕਾਂ ਨੇ ਜਾਣੇ ਅਣਜਾਣੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਯਿਸੂ ਮਸੀਹ ਦੇ ਬਾਰੇ ਆਖੀਆਂ, ਕਹੀਆਂ ਮਾਤਾ ਮਰੀਮ ਦੇ ਬਾਰੇ, ਜਿਨ੍ਹਾਂ ਨੂੰ ਸੁਣਨਾ ਮਤਲਬ ਇੱਕ ਬੜਾ ਔਖਾ ਸੀ। ਉਸ ਟਾਈਮ ਦੇ ਅੰਦਰ ਜਿਸ ਟਾਈਮ ਮਰੀਮ ਗਰਭਵਤੀ ਹੋਈ, ਉਸ ਟਾਈਮ ਯੂਸਫ ਦੇ ਨਾਲ ਉਹਨਾਂ ਦੀ ਮੈਰਿਜ ਨਹੀਂ ਹੋਈ ਸੀ, ਜਿਹੜੇ ਕਿ ਯਿਸੂ ਮਸੀਹ ਦੇ ਦੁਨਿਆਵੀ ਪਿਤਾ ਸਨ। ਔਰ ਯੂਸਫ ਨੇ ਕੀ ਸੋਚਿਆ ਕਿ ਮੇਰੀ ਜਿਹੜੀ ਮੰਗੇਤਰ ਹੈ ਉਹ ਮੇਰੇ ਨਾਲ ਬਿਨਾਂ ਵਿਆਹ ਕੀਤੇ ਹੀ ਗਰਭਵਤੀ ਹੋ ਗਈ ਹੈ, ਹੁਣ ਮੈਂ ਉਹਨੂੰ ਛੱਡ ਦਿਆਂਗਾ, ਮੈਂ ਉਹਦੇ ਨਾਲ ਵਿਆਹ ਨਹੀਂ ਕਰਾਂਗਾ। ਪਰ ਉਸੇ ਟਾਈਮ ਪਰਮੇਸ਼ਵਰ ਦਾ ਸਵਰਗਦੂਤ ਉਸੇ ਰਾਤ, ਜਿਸ ਰਾਤ ਯੂਸਫ ਨੇ ਜਿਸ ਦਿਨ ਇਹ ਗੱਲ ਸੋਚੀ, ਉਸੇ ਰਾਤ ਪਰਮੇਸ਼ਵਰ ਦਾ ਸਵਰਗਦੂਤ ਉਹਦੇ ਸੁਪਨੇ ਦੇ ਵਿੱਚ ਆਇਆ ਔਰ ਉਹਨੂੰ ਇੱਕ ਗੱਲ ਆਖੀ। ਵਚਨ ਦੇ ਵਿੱਚ ਲਿਖਿਆ, ਜਦੋਂ ਅਸੀਂ ਮਤੀ ਦੀ ਅੰਜੀਲ 18 ਅਧਿਆਇ ਤੋਂ ਲੈ ਕੇ 25 ਵਚਨ ਤੱਕ ਪੜ੍ਹਦੇ ਹਾਂ, ਇੱਕ ਅਧਿਆਇ 18 ਤੋਂ ਲੈ ਕੇ 25 ਤੱਕ ਜਦੋਂ ਅਸੀਂ ਮਤੀ ਦੀ ਅੰਜੀਲ ਨੂੰ ਪੜ੍ਹਾਂਗੇ, ਉਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਦਿਮਾਗ ਦੇ ਅੰਦਰ ਯਿਸੂ ਮਸੀਹ ਦੇ ਜਨਮ ਨੂੰ ਲੈ ਕੇ ਕੀ ਸੀ ਉਹ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਮਿਲ ਜਾਏਗਾ। ਲਿਖਿਆ ਹੋਇਆ ਹੈ ਕਿ ਯੂਸਫ ਨੂੰ ਦੂਤ ਨੇ ਦਰਸ਼ਨ ਦਿੱਤੇ ਔਰ ਆਖਿਆ ਕਿ ਯੂਸਫ ਨਾ ਡਰ, ਨਾ ਘਬਰਾ, ਤੂੰ ਲੋਕਾਂ ਦੀਆਂ ਗੱਲਾਂ ਨਾ ਸੁਣ, ਤੂੰ ਉਹਨਾਂ ਦੀਆਂ ਗੱਲਾਂ ਨਾ ਸੁਣ, ਪਰ ਉਹ ਜੋ ਤੇਰੀ ਮੰਗੇਤਰ ਹੈ ਪਰਮੇਸ਼ਰ ਦੇ ਰਹਿਮ ਦੁਆਰਾ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੈ ਔਰ ਤੂੰ ਉਹਨੂੰ ਆਪਣੇ ਘਰ ਲੈ ਕੇ ਆ ਔਰ ਉਹ ਇੱਕ ਬੇਟੇ ਨੂੰ ਜਨਮ ਦੇਗੀ, ਤੂੰ ਉਹਦਾ ਨਾਮ ਯਸੂ ਰੱਖੀ। ਔਰ ਇਹਦਾ ਜਿਹੜਾ ਸਹੀ ਮਤਲਬ ਹੈ ਉਸ ਜਗ੍ਹਾ ਦੇ ਉੱਤੇ ਲਿਖਿਆ ਕਿ ਉਹਨੂੰ ਦੂਤ ਨੇ ਗੱਲ ਕਹੀ ਕਿ ਇਹ ਜਿਹੜਾ ਯਸੂ ਹੈ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਗਾ। ਯਿਸੂ ਮਸੀਹ ਦੇ ਆਉਣ ਦਾ ਮਤਲਬ ਤੁਸੀਂ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਯਿਸੂ ਮਸੀਹ ਦੇ ਲੋਕ ਹਨ, ਜਿਹੜੇ ਲੋਕ ਯਿਸੂ ਦੇ ਹਨ, ਉਹਨਾਂ ਦੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਣ ਦੇ ਲਈ ਯਿਸੂ ਦਾ ਜਨਮ ਹੋਇਆ। ਹੁਣ ਤੁਸੀਂ ਸੋਚੋ, ਪਾਪ ਵੀ ਉਹ ਉਹਨਾਂ ਲੋਕਾਂ ਦੇ ਪਾਪਾਂ ਦੇ ਬਾਰੇ ਕਿਹਾ ਗਿਆ ਜਿਹੜੇ ਯਿਸੂ ਦੇ ਖੁਦ ਆਪਣੇ ਨੇ। ਦੇਖੋ ਇਸ ਦਾ ਮਤਲਬ ਸਮਝਦੇ ਹੋ ਤੁਸੀਂ। ਇਸ ਜਗ੍ਹਾ ਦੇ ਉੱਤੇ ਕੋਈ ਰਿਲੇਸ਼ਨ ਨਹੀਂ ਕਿਹਾ ਗਿਆ ਕਿ ਉਹਦੇ ਖੂਨ ਦੇ ਰਿਸ਼ਤੇਦਾਰ ਹੋਣਗੇ ਜਾਂ ਉਹਦੇ ਕਬੀਲੇ ਦੇ ਰਿਸ਼ਤੇਦਾਰ ਹੋਣਗੇ ਜਾਂ ਉਹਦੀ ਜਾਤੀ ਦੇ ਲੋਕ ਹੋਣਗੇ। ਇਸ ਜਗ੍ਹਾ ਦੇ ਉੱਤੇ ਲਿਖਿਆ ਹੈ ਜਿਹੜੇ ਉਹਦੇ ਲੋਕ ਹੋਣਗੇ ਉਹ ਗੁਨਾਹ ਕਰਨਗੇ। ਸਮਝ ਆ ਰਹੀ ਇਸ ਗੱਲ ਨੂੰ? ਸਮਝਣਾ ਮਤਲਬ ਜਿਹੜੇ ਗੁਨਾਹਗਾਰ ਨੇ ਉਹੀ ਉਹਦੇ ਲੋਕ ਨੇ। ਅੱਜ ਦੇ ਟਾਈਮ ਦੂਸਰੇ ਸ਼ਬਦਾਂ ਦੇ ਨਾਲ ਕਹਿ ਰਹੇ ਹਾਂ, ਜਿਹੜੇ ਪਾਪੀ ਨੇ, ਜਿਹੜੇ ਗੁਨਾਹ ਦੇ ਵਿੱਚ ਫਸੇ ਹੋਏ ਨੇ, ਜਿਹੜੇ ਪਰੇਸ਼ਾਨੀਆਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦਾ ਜੀਵਨ ਬਿਲਕੁਲ ਵਿਅਰਥ ਹੈ, ਜਿਹੜੇ ਕਹਿੰਦੇ ਨੇ ਸਾਡਾ ਜੀਵਨ ਕਿਸੇ ਕੰਮ ਦਾ ਨਹੀਂ। ਯਸੂ ਦਾ ਜਨਮ ਸਵਰਗਦੂਤ ਦਾ ਕਹਿਣਾ ਸੀ ਕਿ ਯਸੂ ਉਹਨਾਂ ਦੇ ਲਈ ਹੀ ਪੈਦਾ ਹੋਵੇਗਾ ਔਰ ਉਹੀ ਯਸੂ ਦੇ ਲੋਕ ਹੋਣਗੇ ਜਿਹੜੇ ਪਾਪੀ ਹੋਣਗੇ। ਬੋਲੋ ਹਾਲੇਲੂਇਆ। ਤੁਸੀਂ ਕਦੇ ਦੇਖਿਆ ਕੋਈ ਵੀ ਸਧਾਰਨ, ਕੋਈ ਵੀ ਜਿਹੜਾ ਚੰਗਾ ਭਲਾ ਮਨੁੱਖ ਯਸੂ ਨੂੰ ਮੰਨਦਾ ਹੋਵੇ ਜਾਂ ਪਰਮੇਸ਼ਰ ਨੂੰ ਗ੍ਰਹਿਣ ਕਰਦਾ ਹੋਵੇ, ਕਦੇ ਵੀ ਇੱਦਾਂ ਨਹੀਂ ਹੁੰਦਾ ਕਿ ਇੱਕ ਚੰਗਾ ਭਲਾ ਇਨਸਾਨ ਜਿਹੜਾ ਸਿੱਧੇ ਜਨਮ ਤੋਂ ਹੀ ਸਿੱਧਾ ਰੱਬ ਦੇ ਰਾਸਤੇ ਦੇ ਉੱਤੇ ਤੁਰ ਜਾਏ। ਨਹੀਂ, 100 ਇਨਸਾਨ ਪਾਪ ਕਰਦਾ ਹੈ, ਇੱਕ ਦਿਨ ਪਰਮੇਸ਼ਰ ਉਹਨੂੰ ਆਪਣੇ ਰਸਤੇ ਤੇ ਲੈ ਕੇ ਆਉਂਦਾ, ਫਿਰ ਜਾ ਕੇ ਉਹ ਆਪਣੇ ਜੀਵਨ ਨੂੰ ਪਛਤਾਪ ਕਰਦਾ, ਫਿਰ ਜਾ ਕੇ ਯਸੂ ਦੇ ਜੀਵਨ ਦੇ ਵਿੱਚ ਠਹਿਰਦਾ। ਯਸੂ ਦੇ ਆਉਣ ਦਾ ਮਤਲਬ ਅਸਲ ਦੇ ਅੰਦਰ ਲਿਖਿਆ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਗਾ।
ਮਤਲਬ ਜਿਹੜੇ ਉਹਦੇ ਲੋਕ ਨੇ ਉਹ ਗੁਨਾਹਗਾਰ ਹੋਣਗੇ। ਉਹਨੇ ਇਹ ਨਹੀਂ ਕਿਹਾ ਕਿ ਜਿਹੜੇ ਸਾਰੇ ਧਰਮੀ ਹੋ ਜਾਣਗੇ, ਜਿਹੜੇ ਦਿਖਾਵੇ ਦਾ ਧਾਰਮਿਕਤਾ ਦੀਆਂ ਦਿਖਾਵੇ ਦਾ ਸਾਰਾ ਸਿਸਟਮ ਕਰਨਗੇ ਉਹ ਮੇਰੇ ਲੋਕ ਹੋਣਗੇ। ਨੇ ਕਿਹਾ ਨਹੀਂ, ਜਿਹੜੇ ਪਾਪੀ ਹੋਣਗੇ, ਜਿਹੜੇ ਗੁਨਾਹ ਦੇ ਵਿੱਚ ਫਸੇ ਹੋਣਗੇ, ਮੈਂ ਉਹਨਾਂ ਲੋਕਾਂ ਨੂੰ ਆਪਣੇ ਲੋਕ ਕਹਿੰਦਾ। ਬੋਲੋ ਹਾਲੇਲੂਇਆ। ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਦੋਂ ਅਸੀਂ ਰੂਥ ਦੀ ਕਿਤਾਬ ਪੜ੍ਹਦੇ ਹਾਂ, ਰੂਥ ਦੀ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਦਾ ਮੇਰੇ ਭੈਣਾਂ ਤੇ ਭਰਾਓ। ਰੂਥ ਦੀ ਕਿਤਾਬ ਜਦੋਂ ਅਸੀਂ 2 ਅਧਿਆਏ ਦੇ ਵਿੱਚ ਪੜ੍ਹਦੇ ਹਾਂ, ਰੂਥ ਦੀ ਕਿਤਾਬ 1 ਅਧਿਆਏ 1 ਤੋਂ ਲੈ ਕੇ 14 ਵਚਨ ਤੱਕ ਜਦੋਂ ਅਸੀਂ ਪੜ੍ਹਦੇ ਹਾਂ, ਤੁਹਾਨੂੰ ਉਸ ਜਗ੍ਹਾ ਦੇ ਉੱਤੇ ਨਾ ਇੱਕ ਸਟੋਰੀ ਮਿਲੇਗੀ ਕਿ ਜਦੋਂ ਨਿਆਂਇਆਂ ਦਾ ਰਾਜ ਸੀ ਯਹੂਦਾ ਦਾ ਬੈਤਲਹਮ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਆ ਕੇ ਨਾ ਮੁਆਬ ਦੇ ਦੇਸ਼ ਦੇ ਵਿੱਚ ਰਹਿਣ ਲੱਗਾ। ਮੈਂ ਤੁਹਾਨੂੰ ਇਹ ਦੱਸਦਾ ਉਹ ਲੋਕ ਕੌਣ ਨੇ ਜਿਹੜੇ ਪਰਮੇਸ਼ਰ ਦੇ ਖਾਸ ਨੇ, ਜਿਨ੍ਹਾਂ ਦੇ ਲਈ ਯਿਸੂ ਮਸੀਹ ਆਇਆ। ਉਹ ਲੋਕ ਕੌਣ ਨੇ? ਉਹਨਾਂ ਲੋਕਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਸ ਜਗ੍ਹਾ ਦੇ ਉੱਤੇ। ਇਸ ਸਟੋਰੀ ਨੂੰ ਲੈ ਕੇ ਮੈਂ ਤੁਹਾਨੂੰ ਉਸ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਉਹ ਲੋਕ ਕਿਹੜੇ ਨੇ ਜਿਨ੍ਹਾਂ ਦੇ ਲਈ ਯਿਸੂ ਦਾ ਜਨਮ ਹੋਇਆ, ਜਿਨ੍ਹਾਂ ਦੇ ਲਈ ਯਿਸੂ ਮਸੀਹ ਆ ਕੇ ਮਰਿਆ, ਜਿਨ੍ਹਾਂ ਦੇ ਲਈ ਯਿਸੂ ਨੇ ਆਪਣੀ ਜਾਨ ਨੂੰ ਦੇ ਦਿੱਤਾ। ਉਹ ਲੋਕ ਕਿਹੜੇ ਨੇ? ਉਹਨਾਂ ਲੋਕਾਂ ਦੀ ਕੈਟਾਗਰੀ ਕਿਸ ਤਰ੍ਹਾਂ ਦੀ ਹੈ? ਉਹਨਾਂ ਲੋਕਾਂ ਦਾ ਬੇਸ ਜਿਹੜਾ ਕਿਸ ਤਰ੍ਹਾਂ ਦਾ? ਉਹਨਾਂ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ ਜਿਨ੍ਹਾਂ ਦੇ ਲਈ ਯਿਸੂ ਮਸੀਹ ਮਰਿਆ ਅੱਜ ਦੇ ਟਾਈਮ ਦੇ ਵਿੱਚ? ਦੇਖੋ ਮੈਂ ਤੁਹਾਨੂੰ ਉਹ ਦੱਸਦਾ ਹਾਂ ਇਸ ਜਗ੍ਹਾ ਦੇ ਉੱਤੇ। ਇਸ ਜਗ੍ਹਾ ਦੇ ਉੱਤੇ ਜਦੋਂ ਰੂਥ ਦੀ ਕਿਤਾਬ ਨੂੰ ਅਸੀਂ ਪੜ੍ਹਦੇ ਹਾਂ 1 ਅਧਿਆਏ ਤੋਂ ਲੈ ਕੇ 1 ਵਚਨ ਤੋਂ ਲੈ ਕੇ 14 ਵਚਨ ਤੱਕ, ਇਸ ਜਗ੍ਹਾ ਦੇ ਉੱਤੇ ਤੁਹਾਨੂੰ ਇੱਕ ਕਹਾਣੀ ਮਿਲੇਗੀ, ਇੱਕ ਪਰਿਵਾਰ ਦੀ ਕਹਾਣੀ ਮਿਲੇਗੀ ਕਿ ਉਹ ਇੱਕ ਜਿਹੜਾ ਪਰਿਵਾਰ ਸੀ ਯਹੂਦਾ ਦੇ ਬੈਤਲਹਮ ਦੇ ਵਿੱਚੋਂ ਆ ਕੇ, ਕਿਉਂਕਿ ਯਹੂਦਾ ਦੇ ਬੈਤਲਹਮ ਦੇ ਵਿੱਚ ਉਸ ਟਾਈਮ ਅਕਾਲ ਪੈ ਗਿਆ ਸੀ, ਬਹੁਤ ਜ਼ਿਆਦਾ ਪਾਣੀ ਦਾ ਘਾਟ ਸੀ, ਖਾਣੇ ਦੀ ਘਾਟ ਸੀ, ਪਰ ਉਹਨਾਂ ਦੀਆਂ ਜ਼ਰੂਰਤਾਂ ਉਸ ਜਗ੍ਹਾ ਦੇ ਉੱਤੇ ਉਸ ਪਰਿਵਾਰ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਸੀ। ਔਰ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਸ ਜਗ੍ਹਾ ਨੂੰ ਛੱਡ ਕੇ ਇੱਕ ਮੁਆਬ ਦੇਸ਼ ਸੀ ਜਿਹੜਾ ਕਿ ਅੰਨੇ ਜਾਤੀ ਲੋਕਾਂ ਦਾ ਦੇਸ਼ ਸੀ, ਜਿੱਥੇ ਮਤਲਬ ਸਾਰੇ ਦੇ ਸਾਰੇ ਮੂਰਤੀ ਪੂਜਕ ਹੋਰ ਦੇਵੀ ਦੇਵਤਾਵਾਂ ਦੀ ਉਪਾਸਨਾ ਕਰਨ ਵਾਲੇ ਲੋਕ ਰਹਿੰਦੇ ਸਨ। ਉਸ ਜਗ੍ਹਾ ਦੇ ਉੱਤੇ ਆ ਕੇ ਉਸ ਪਰਿਵਾਰ ਨੇ ਡੇਰਾ ਕੀਤਾ। ਉਸ ਪਰਿਵਾਰ ਦੇ ਵਿੱਚ ਇੱਕ ਔਰਤ ਜਿੰਦਾ ਨਾਂ ਨੋਮੀ ਔਰ ਉਹਦਾ ਘਰ ਵਾਲਾ ਅਲੀਮਲਕ ਔਰ ਉਹਦੇ ਮਹਿਲੋਨ ਤੇ ਕਿਲਿਓਨ 2 ਪੁੱਤਰ ਸਨ। ਮਤਲਬ 3, ਇੱਕ ਔਰਤ, ਇੱਕ ਉਹਦਾ ਹਸਬੈਂਡ ਤੇ 2 ਦੇ ਪੁੱਤਰ, ਟੋਟਲ ਉਹ 4 ਜਣੇ ਸਨ। ਜਦੋਂ ਉਸ ਜਗ੍ਹਾ ਦੇ ਉੱਤੇ ਆਏ, ਥੋੜੇ ਟਾਈਮ ਦੇ ਬਾਅਦ ਕੀ ਹੁੰਦਾ, ਉਸ ਜਗ੍ਹਾ ਦੇ ਉੱਤੇ ਉਹ ਜਿਹੜਾ ਮੇਨ ਘਰ ਦਾ ਮਾਲਕ ਹੁੰਦਾ ਐਲੀਮੇਲਕ, ਉਹਦੀ ਮੌਤ ਹੋ ਜਾਂਦੀ ਔਰ ਇੱਕ ਔਰਤ ਰਹਿ ਜਾਂਦੀ, ਉਹਦਾ ਨਾਮ ਨਿਓਮੀ ਹੁੰਦਾ। ਉਹਦੇ 2 ਪੁੱਤਰ ਹੁੰਦੇ ਹਨ, ਮਹਿਲੋਨ ਤੇ ਕਿਲਿਓਨ। ਉਹ ਦੋਨੋਂ ਮਤਲਬ ਉਸ ਅੰਨੇ ਜਾਤੀ ਔਰਤਾਂ ਦੇ ਨਾਲ ਵਿਆਹ ਕਰ ਲੈਂਦੇ ਨੇ, ਮੁਆਬੀ ਔਰਤਾਂ ਦੇ ਨਾਲ। ਦੋਨੋਂ ਮੁਆਬੀ ਔਰਤਾਂ ਹੁੰਦੀਆਂ ਨੇ। ਇੱਕ ਦਾ ਨਾਮ ਰੂਥ ਹੁੰਦਾ ਆ ਔਰ ਦੂਸਰੀ ਦਾ ਨਾਮ ਔਰਫਾ ਹੁੰਦਾ ਆ। ਔਰ ਤੁਸੀਂ ਦੇਖਣਾ ਇਸ ਜਗ੍ਹਾ ਦੇ ਉੱਤੇ ਕੁਝ ਟਾਈਮ ਬੀਤਦਾ ਹੈ, ਕੁਝ ਸਾਲ ਲੰਘ ਜਾਂਦੇ ਨੇ। ਉਹਨਾਂ ਦੇ ਘਰ ਨਾ ਉਸ ਔਰਤ ਦੇ ਜਿਹੜੇ ਬੇਟੇ ਹੁੰਦੇ ਨੇ, ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੁੰਦੀ, ਕਿਸੇ ਵੀ ਤਰ੍ਹਾਂ ਦਾ ਸਿਸਟਮ ਨਹੀਂ ਬਣਦਾ। ਪਰ ਇੱਕ ਟਾਈਮ ਇੱਦਾਂ ਦਾ ਆਉਂਦਾ ਉਹਨਾਂ ਦੇ ਘਰ ਦੇ ਅੰਦਰ ਇਹੋ ਜਿਹੀ ਕੋਈ ਪਰਮੇਸ਼ਰ ਦੀ ਜਿਹੜੀ ਕੋਈ ਗੁੱਸਾ, ਉਹਨਾਂ ਪਰਮੇਸ਼ਰ ਦੀ ਜਿਹੜੀ ਕੋਈ ਐਸੀ ਗੱਲ ਉਹਨਾਂ ਦੇ ਜੀਵਨ ਦੇ ਵਿੱਚ ਵਾਪਰ ਜਾਂਦੀ ਹੈ ਕਿ ਉਹ ਜਿਹੜੇ ਉਸ ਔਰਤ ਦੇ ਦੋਨੋਂ ਬੇਟੇ ਵੀ ਮਰ ਜਾਂਦੇ ਨੇ। ਔਰ ਰਹਿ ਕੌਣ ਜਾਂਦਾ ਘਰ ਦੇ ਅੰਦਰ? ਸਿਰਫ 3 ਔਰਤਾਂ, ਇੱਕ ਸੱਸ ਤੇ 2 ਨੂੰਹਾਂ ਰਹਿ ਜਾਂਦੀਆਂ ਨੇ। ਔਰ ਉਹ ਜਿਹੜੀ ਸੱਸ ਹੁੰਦੀ ਉਹ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੀ ਹੁੰਦੀ, ਕਿਉਂਕਿ ਪਰਮੇਸ਼ਰ ਦੇ ਲੋਕਾਂ ਵਿੱਚੋਂ ਯਹੂਦਾ ਦੇਸ਼ ਵਿੱਚੋਂ ਆਈ ਹੁੰਦੀ ਹੈ ਔਰ ਯਹੂਦੀ ਕੌਮ ਵਿੱਚੋਂ ਹੁੰਦੀ। ਔਰ ਤੋਂ ਤੁਸੀਂ ਦੇਖਣਾ ਕਿ ਜਦੋਂ ਉਹਦੀਆਂ ਜਿਹੜੀਆਂ 2 ਨੂੰਹਾਂ ਹੁੰਦੀਆਂ ਹਨ ਉਹ ਜਵਾਨ ਹੁੰਦੀਆਂ ਹਨ ਦੋਨੋਂ, ਉਹਨਾਂ ਦੀ ਜਿਹੜੀ ਜਵਾਨੀ ਹਜੇ ਬਰਕਰਾਰ ਹੁੰਦੀ ਹੈ। ਔਰ ਉਹ ਜਿਹੜੀ ਔਰਤ ਹੈ ਨਾ, ਜਿਹੜੀ ਉਹਨਾਂ ਦੀ ਸੱਸ, ਉਹਨਾਂ ਨੂੰ ਦੇਖ ਕੇ ਬੜਾ ਰੋਂਦੀ ਹੈ ਕਿ ਮੇਰੇ ਕੋਈ ਸ਼ਾਇਦ ਕਾਸ਼ ਕੋਈ ਹੋਰ ਪੁੱਤਰ ਹੁੰਦਾ ਤਾਂ ਮੈਂ ਇਹਨਾਂ ਦੇ ਵਿਆਹ ਕਰ ਦਿੰਦੀ, ਹੁਣ ਮੈਂ ਕੀ ਕਰਾਂ। ਉਹ ਇਸ ਗੱਲਾਂ ਨੂੰ ਸੋਚਦੇ ਆਪਣੀਆਂ ਦੋਨਾਂ ਨੂੰਹਾਂ ਨੂੰ ਬੁਲਾਉਂਦੀ ਹੈ ਤੇ ਉਹਨਾਂ ਨੂੰ ਕਹਿੰਦੀ, ਮੇਰੀ ਉਹ ਬੇਟੀਓ, ਮੈਨੂੰ ਛੱਡ ਕੇ ਚਲੀਆਂ ਜਾਓ, ਕਿਉਂਕਿ ਮੇਰੇ ਕੋਈ ਗਰਭ ਦੇ ਵਿੱਚ ਹੋਰ ਪੁੱਤਰ ਨਹੀਂ ਹੈਗਾ, ਕੋਈ ਪਿੱਛੇ ਹੋਰ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਵਿਆਹ ਦਿਆਂ। ਤੁਸੀਂ ਜਾਓ, ਆਪਣੇ ਪੇਕਿਆਂ ਨੂੰ ਚਲੀਆਂ ਜਾਓ ਔਰ ਆਪਣੇ ਜੀਵਨ ਨੂੰ ਅੱਛੇ ਤਰੀਕੇ ਦੇ ਨਾਲ ਜੀਓ ਔਰ ਦੂਜੇ ਵਿਆਹ ਕਰ ਲਓ। ਤੁਸੀਂ ਜਾ ਕੇ ਆਪਣਾ ਜੀਵਨ ਕਿਉਂ ਖਰਾਬ ਕਰਨਾ ਮੇਰੇ ਪਿੱਛੇ ਲੱਗ ਕੇ? ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਔਰਤ ਹੁੰਦੀ ਆ ਜਿਹੜੀ ਕਿ ਆਪਣੀ ਸੱਸ ਨੂੰ, ਔਰਫਾ ਨਾਮ ਦੀ ਔਰਤ, ਜਿਹੜੀ ਆਪਣੀ ਸੱਸ ਨੂੰ ਚੁੰਮਦੀ ਆ ਔਰ ਗਲੇ ਲੱਗਦੀ ਆ ਔਰ ਛੱਡ ਕੇ ਆਪਣੇ ਜਿਹੜਾ ਜਾਨਵਰ ਦੇ ਉੱਤੇ ਸਵਾਰੀ ਕਰਦੀ ਆ, ਆਪਣੇ ਗਧੇ ਦੇ ਉੱਤੇ ਸਵਾਰੀ ਕਰਦੀ ਆ ਤੇ ਛੱਡ ਕੇ ਦੂਸਰੇ ਦੇਸ਼ ਨੂੰ, ਆਪਣੇ ਮੁਆਬ ਦੇਸ਼ ਨੂੰ ਚਲੀ ਜਾਂਦੀ ਆ, ਆਪਣੇ ਪੇਕਿਆਂ ਦੇ ਘਰ ਚਲੀ ਜਾਂਦੀ, ਮੇਰਾ ਕਹਿਣ ਦਾ ਮਤਲਬ। ਪਰ ਦੂਸਰੀ ਜਿਹੜੀ ਔਰਤ ਹੁੰਦੀ ਆ ਉਹ ਵੀ ਉਸੇ ਗੈਰ ਜਾਤੀ ਦੇ ਵਿੱਚੋਂ ਹੀ ਹੁੰਦੀ ਆ, ਜਿਹੜੇ ਕਿ ਯਿਸੂ ਨੂੰ ਨਹੀਂ ਜਾਣਦੇ, ਜਿਹੜੇ ਕਿ ਪਰਮੇਸ਼ਰ ਨੂੰ ਨਹੀਂ ਜਾਣਦੇ। ਪਰ ਉਹਦਾ ਜਿਹੜਾ ਮਨ ਸੀ, ਉਹਦੇ ਮਨ ਦੇ ਅੰਦਰ ਯਿਸੂ ਮਸੀਹ ਦੇ ਲੋਕਾਂ ਵਾਲਾ ਮਨ ਸੀ। ਮੈਂ ਤੁਹਾਨੂੰ ਦੱਸਦਾ ਹਾਂ ਅੱਜ ਕਿੰਨਾ ਲੋਕਾਂ ਦੇ ਲਈ ਯਿਸੂ ਮਸੀਹ ਆਇਆ ਆ। ਦੇਖੋ ਉਸ ਜਗ੍ਹਾ ਦੇ ਉੱਤੇ
ਇਹ ਗੱਲ ਪ੍ਰਗਟ ਹੁੰਦੀ ਯਿਸੂ ਦੇ ਆਪਣੇ ਕੌਣ ਨੇ, ਕਿੰਨਾ ਲੋਕਾਂ ਦੇ ਲਈ ਯਿਸੂ ਨੇ ਜਾਨ ਦਿੱਤੀ, ਕਿੰਨਾ ਲੋਕਾਂ ਨੂੰ ਯਿਸੂ ਮਸੀਹ ਦੀ ਕੁਰਬਾਨੀ ਦਾ ਪਤਾ ਆ। ਦੇਖੋ ਲਿਖਿਆ ਆ, ਉਹਦੀ ਸੱਸ ਨੇ ਉਹਨੂੰ ਬਹੁਤ ਮਿੰਨਤਾਂ ਕੀਤੀਆਂ ਕਿ ਬੇਟੀ ਤੂੰ ਮੈਨੂੰ ਛੱਡ ਕੇ ਚਲੀ ਜਾ, ਬੇਟੀ ਤੂੰ ਮੈਨੂੰ ਛੱਡ ਕੇ ਚਲੀ ਜਾ, ਪਰ ਉਹਨੇ ਉਸ ਬੱਚੀ ਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਕਹੀ ਕਿ ਮੈਂ ਛੱਡ ਕੇ ਤੈਨੂੰ ਜਾਨੀ ਆ ਮਾਂ, ਜਾਂ ਮੈਂ ਤੈਨੂੰ ਛੱਡ ਕੇ ਚਲੀ ਜਾਨੀ ਆ, ਮੈਂ ਕੋਈ ਦੂਸਰਾ ਹੋਰ ਪਤੀ ਅਪਣਾ ਲਾਂਗੀ, ਨਹੀਂ। ਪਰ ਜਦੋਂ ਤੁਸੀਂ 1 ਵਚਨ ਤੋਂ ਲੈ ਕੇ 14 ਵਚਨ ਤੱਕ ਪੜ੍ਹੋਗੇ, ਔਰ ਉਸ ਜਗ੍ਹਾ ਦੇ ਉੱਤੇ ਬੜਾ ਕੁਝ ਲਿਖਿਆ, ਉਸ ਜਗ੍ਹਾ ਦੇ ਉੱਤੇ ਲਿਖਿਆ ਉਹਨੇ ਉਹਨੂੰ ਛੱਡਿਆ ਨਹੀਂ, ਉਹਨੇ ਕਿਹਾ ਮੈਂ ਤੈਨੂੰ ਛੱਡਾਂਗੀ ਨਹੀਂ। ਯਾਦ ਰੱਖੋ ਯਿਸੂ ਮਸੀਹ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਪਰਮੇਸ਼ਰ ਨੂੰ ਛੱਡਦੇ ਨਹੀਂ, ਚਾਹੇ ਉਹ ਕਿਸੇ ਵੀ ਕੌਮ ਦੇ ਵਿੱਚੋਂ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਮੁਸਲਿਮ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਯਹੂਦੀ ਨੇ, ਚਾਹੇ ਉਹ ਜੈਨੀ ਨੇ, ਚਾਹੇ ਉਹ ਬੋਧੀ ਨੇ, ਕਿਸੇ ਵੀ ਧਰਮ ਦੇ ਨੇ। ਇਸ ਚੀਜ਼ ਦੇ ਨਾਲ ਕੋਈ ਮਤਲਬ ਪ੍ਰਭਾਵ ਨਹੀਂ ਪੈਂਦਾ ਕਿ ਮਨੁੱਖ ਕਿਹੜੀ ਜਾਤੀ ਦਾ, ਕਿਹੜੀ ਕੌਮ ਦਾ, ਕਿਹੜੇ ਅੰਸ਼ ਦੇ ਵਿੱਚੋਂ, ਇਹ ਨਹੀਂ ਕੁਝ ਵੀ ਮਤਲਬ ਹੈਗਾ। ਯਾਦ ਰੱਖੋ ਯਿਸੂ ਮਸੀਹ ਦੀ ਕੁਰਬਾਨੀ ਨੂੰ ਜਿਹੜਾ ਵੀ ਸਮਝਦਾ ਉਹ ਪਰਮੇਸ਼ਰ ਦੇ ਉਧਾਰ ਨੂੰ ਪ੍ਰਾਪਤ ਕਰਦਾ। ਦੇਖੋ ਇਸ ਜਗ੍ਹਾ ਦੇ ਉੱਤੇ ਉਹ ਯਹੂਦੀ ਨਹੀਂ ਸੀ ਔਰਤ, ਪਰ ਫਿਰ ਵੀ ਉਹਨੇ ਇਸ ਗੱਲ ਨੂੰ ਸਮਝਿਆ ਕਿ ਜੋ ਰੱਬ ਕਰਦਾ ਜੀਵਨ ਦੇ ਵਿੱਚ ਉਹੀ ਸਹੀ ਹੁੰਦਾ। ਜੇਕਰ ਅੱਜ ਮੇਰਾ ਪਤੀ ਮਰ ਗਿਆ, ਹੋ ਸਕਦਾ ਕੱਲ ਮੈਂ ਕਿਸੇ ਹੋਰ ਨਾਲ ਵਿਆਹ ਕਰ ਲਾਂ, ਉਹ ਵੀ ਮਰ ਜਾਏ। ਉਹਨੇ ਇਸ ਗੱਲ ਨੂੰ ਸੋਚਿਆ, ਉਹਨੇ ਕਿਹਾ ਜਿਹੜੀ ਮੇਰੀ ਜ਼ਿੰਦਗੀ ਹੈ ਮੇਰੀ ਸੱਸ ਦੇ ਨਾਲ ਹੋਏਗੀ, ਉਹਨੇ ਉਹਨੂੰ ਛੱਡਿਆ ਨਹੀਂ। ਯਾਦ ਰੱਖੋ ਜੋ ਇਨਸਾਨ ਪਰਮੇਸ਼ਰ ਦੀ ਆਸ ਨੂੰ ਫੜੀ ਰੱਖਦਾ, ਜੋ ਇਨਸਾਨ ਆਉਣ ਵਾਲੇ ਟਾਈਮ ਦੇ ਵਿੱਚ ਪਰਮੇਸ਼ਰ ਨੂੰ ਆਪਣੇ ਜੀਵਨ 'ਚ ਕੰਮ ਕਰਦੇ ਵੇਖਣਾ ਚਾਹੁੰਦਾ, ਉਹਦੇ ਜੀਵਨ 'ਚ ਕੁਆਲਿਟੀ ਹੋਣੀ ਚਾਹੀਦੀ ਕਿ ਉਹ ਕਦੇ ਵੀ ਪਰਮੇਸ਼ਰ ਨੂੰ ਛੱਡੇ ਨਾ। ਚਾਹੇ ਦੁੱਖ ਹੋਏ, ਚਾਹੇ ਪਰੇਸ਼ਾਨੀ ਹੋਏ, ਚਾਹੇ ਮੁਸੀਬਤ ਹੋਏ, ਚਾਹੇ ਅਕਾਲ ਹੋਏ, ਚਾਹੇ ਸਾਰੇ ਦੇ ਸਾਰੇ ਉਹਨੂੰ ਛੱਡ ਜਾਣ। ਦੇਖੋ ਉਸ ਔਰਤ ਦੇ ਜੀਵਨ ਦੇ ਵਿੱਚ ਕੁਝ ਵੀ ਨਹੀਂ ਹੈਗਾ, ਨਾ ਉਹਦਾ ਪਤੀ ਹੈ, ਨਾ ਉਹਦਾ ਸਹੁਰਾ ਹੈ, ਨਾ ਉਹਦੇ ਬੱਚੇ ਨੇ, ਨਾ ਉਹਦਾ ਮਾਂ ਪਿਓ ਹੈ, ਪਿੱਛੇ ਕੁਝ ਵੀ ਨਹੀਂ ਹੈਗਾ, ਨਾ ਉਹਦਾ ਕਬੀਲਾ ਹੈ, ਨਾ ਉਹਦੀ ਕੌਮ ਹੈ, ਨਾ ਉਹਦਾ ਕੋਈ ਗੁਰ ਹੈ, ਨਾ ਕੋਈ ਪੀਰ ਹੈ, ਇੱਦਾਂ ਦਾ ਕੁਝ ਨਹੀਂ ਦਿਮਾਗ ਦੇ ਵਿੱਚ ਹੈਗਾ। ਪਰ ਉਹਦੇ ਬ੍ਰੇਨ ਦੇ ਵਿੱਚ ਹੈਗਾ ਹੈ ਕਿ ਜਿਹਨੂੰ ਮੇਰੀ ਸੱਸ ਮੰਨਦੀ ਹੈ, ਜਿੰਦੇ ਪਿੱਛੇ ਜਿਹੜੇ ਰਸਤੇ ਤੇ ਮੇਰੀ ਸੱਸ ਚੱਲਦੀ ਹੈ, ਮੈਂ ਉਸੇ ਰਸਤੇ ਤੇ ਜਾਵਾਂਗੀ। ਦੇਖੋ ਆਪਣੇ ਆਪ ਨੂੰ ਇੱਕ ਐਸੇ ਬੰਧਨ ਦੇ ਵਿੱਚ ਬੰਨ੍ਹ ਲੈਣਾ ਵੀ ਪਰਮੇਸ਼ਰ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਹੈ। ਯਾਦ ਰੱਖੋ ਪਰਮੇਸ਼ਰ ਉਹਨਾਂ ਲੋਕਾਂ ਨੂੰ ਆਪਣੇ ਲੋਕ ਕਹਿੰਦਾ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਗੁਨਾਹ ਸੀ। ਰੂਤ ਦੇ ਕਬੀਲੇ ਦੇ ਬਾਰੇ ਤੁਸੀਂ ਦੇਖੋਗੇ ਨਾ, ਉਹ ਐਸੇ ਕਬੀਲੇ ਦੇ ਵਿੱਚੋਂ ਜਿਸ ਜਗ੍ਹਾ ਦੇ ਉੱਤੇ ਲੋਕ ਮੂਰਤੀ ਪੂਜਾ ਕਰਦੇ ਨੇ, ਪਰਮੇਸ਼ਰ ਦੀ ਅਣਆਗਿਆਕਾਰਤਾ ਕਰਦੇ ਨੇ, ਰੱਬ ਨੂੰ ਕੋਈ ਜਾਣਦਾ ਨਹੀਂ, ਪਰ ਫਿਰ ਵੀ ਉਹਨੇ ਪਰਮੇਸ਼ਰ ਦੇ ਉੱਤੇ ਭਰੋਸਾ ਕੀਤਾ, ਖੁਦਾ ਦੇ ਉੱਤੇ ਭਰੋਸਾ ਕੀਤਾ ਕਿ ਖੁਦਾ ਮੇਰੇ ਜੀਵਨ ਦੇ ਵਿੱਚ ਐਸਾ ਕੰਮ ਕਰੇਗਾ ਜਿਹੜਾ ਵੇਖਣ ਵਾਲਾ ਹੋਏਗਾ। ਦੇਖੋ ਉਹਨੂੰ ਕੁਝ ਨਜ਼ਰ ਨਹੀਂ ਆਉਂਦਾ, ਨਾ ਘਰ ਵਾਲਾ ਨਜ਼ਰ ਆਉਂਦਾ, ਨਾ ਪਰਿਵਾਰ ਨਜ਼ਰ ਆਉਂਦਾ, ਨਾ ਬੱਚੇ ਨਜ਼ਰ ਆਉਂਦੇ, ਨਾ ਮਾਂ ਪਿਓ ਨਜ਼ਰ ਆਉਂਦਾ, ਭਵਿੱਖ 'ਚ ਕੁਝ ਨਹੀਂ ਵੇਖਦਾ, ਪਰ ਫਿਰ ਵੀ ਕਹਿੰਦੀ ਹੈ ਕਿ ਮਾਂ ਮੈਂ ਤੈਨੂੰ ਛੱਡਾਂਗੀ ਨਹੀਂ। ਹੋ ਸਕਦਾ ਮੇਰੇ ਨਾਲ ਇਸ ਤੋਂ ਵੀ ਵੱਧ ਕੇ ਹੋ ਜਾਂਦਾ, ਪਰ ਮੈਂ ਤੈਨੂੰ ਛੱਡਾਂਗੀ ਨਹੀਂ। ਯਾਦ ਰੱਖੋ ਪ੍ਰਭੂ ਯਿਸੂ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜੋ ਆਪਣੇ ਨਿਯਮ ਦੇ ਪੱਕੇ ਨੇ, ਜੋ ਆਪਣੇ ਕਾਨੂੰਨ ਦੇ ਪੱਕੇ ਨੇ, ਜੋ ਆਪਣੀ ਇੱਜ਼ਤ ਦੇ ਪਿਆਰੇ ਨੇ, ਜੋ ਆਪਣੇ ਆਪ ਨੂੰ ਸਮਝਦੇ ਨੇ ਕਿ ਸੱਚੀ ਮੁੱਚੀ ਖੁਦਾ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰ ਸਕਦਾ। ਤੁਹਾਡੀ ਪਰਿਸਥਿਤੀ ਮਾਇਨੇ ਨਹੀਂ ਰੱਖਦੀ, ਤੁਹਾਡੀ ਸਿਚੁਏਸ਼ਨ ਮਾਇਨੇ ਨਹੀਂ ਰੱਖਦੀ, ਤੁਸੀਂ ਕਿਹੜੀ ਪਰਿਸਥਿਤੀ ਦੇ ਵਿੱਚ ਖੜੇ ਹੋ, ਪਰ ਤੁਹਾਡਾ ਵਿਸ਼ਵਾਸ ਮਾਇਨੇ ਰੱਖਦਾ। ਤੁਸੀਂ ਕਿੱਥੋਂ ਤੱਕ ਯਿਸੂ ਦੇ ਉੱਤੇ ਵਿਸ਼ਵਾਸ ਕਰਦੇ ਹੋ, ਕਿੱਥੋਂ ਤੱਕ ਆਪਣੇ ਉੱਤੇ ਦੁੱਖਾਂ ਨੂੰ ਝੱਲ ਕੇ ਯਿਸੂ ਦੇ ਪਿੱਛੇ ਚੱਲਦੇ ਹੋ। ਯਿਸੂ ਮਸੀਹ ਦੀ ਕੁਰਬਾਨੀ ਉਹ ਲੋਕ ਸਮਝਦੇ ਨੇ। ਅਸਲ ਦੇ ਵਿੱਚ ਲਿਖਿਆ ਉਹਨੇ ਉਹਨੂੰ ਛੱਡਿਆ ਨਹੀਂ, ਔਰ ਨਾ ਉਹਦੇ ਮਨ ਦੇ ਅੰਦਰ ਇਦਾਂ ਦਾ ਵਿਚਾਰ ਸੀ ਕਿ ਮੈਂ ਕਿਸੇ ਹੋਰ ਪਾਸੇ ਚਲੀ ਜਾਵਾਂ। ਉਹ ਉਹਦੇ ਨਾਲ ਕਦਮ ਮਿਲਾ ਕੇ ਚੱਲੀ। ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਇਨਸਾਨ ਪਰਮੇਸ਼ਰ ਦੇ ਪਿੱਛੇ ਚੱਲਦਾ ਤਾਂ 1000 ਵਾਰੀ ਗੱਲਾਂ ਨੂੰ ਸੋਚਦਾ, 1000 ਵਾਰ ਉਹ ਕਹਿੰਦਾ ਕਿ ਮੈਂ ਇਹਦੇ ਰਸਤੇ ਤੇ ਜਾਵਾਂਗਾ, ਇਹਦੇ ਪਿੱਛੇ ਚੱਲਾਂਗਾ ਤਾਂ ਮੈਨੂੰ ਘਾਟਾ ਹੋ ਜਾਏਗਾ। ਯਾਦ ਰੱਖੋ ਖੁਦਾ ਦੇ ਪਿੱਛੇ ਚੱਲ ਕੇ ਇਨਸਾਨ ਜਦੋਂ ਪਰਮੇਸ਼ਰ ਦੇ ਪਿੱਛੇ ਚੱਲਦਾ, ਇਨਸਾਨ ਜਦੋਂ ਰੱਬ ਦੇ ਪਿੱਛੇ ਚੱਲਦਾ ਨਾ, ਤਾਂ ਉਹਦੇ ਜੀਵਨ ਦੇ ਵਿੱਚ ਹਜ਼ਾਰਾਂ ਰਸਤੇ ਇੱਦਾਂ ਦੇ ਹੁੰਦੇ ਨੇ ਜਿਹੜੇ ਉਹਨੂੰ ਬਹੁਤ ਸਾਰੀਆਂ ਗੱਲਾਂ ਦਿਖਾਉਂਦੇ ਨੇ। ਇੱਕ ਪਾਸੋਂ ਰੱਬ ਦਾ ਰਸਤਾ ਹੁੰਦਾ, ਦੂਸਰੇ ਪਾਸੋਂ ਸ਼ੈਤਾਨ ਆਪਣਾ ਰਸਤਾ ਵੀ ਰੱਖ ਦਿੰਦਾ। ਓਏ ਇੱਧਰ ਚੱਲ, ਇੱਧਰ ਤੇਰੀ ਬੜੀ ਤਰੱਕੀ ਹੋ ਜਾਏਗੀ, ਓਏ ਇੱਧਰ ਚੱਲ, ਇੱਧਰ ਤੂੰ ਬਹੁਤ ਵਧੀਏਗਾ। ਇੱਕ ਪਾਸੇ ਮਿਹਨਤ ਦਾ 100 ਰੁਪਇਆ ਹੁੰਦਾ, ਦੂਸਰੇ ਪਾਸੇ ਗਲਤ ਕੰਮ ਦਾ 1000 ਰੁਪਇਆ ਹੁੰਦਾ। ਇਨਸਾਨ ਨੂੰ ਹਮੇਸ਼ਾ ਸ਼ੈਤਾਨ ਲਾਲਚ ਦੇ ਕੇ ਗਲਤ ਰਸਤੇ ਤੇ ਲੈ ਕੇ ਚਲਾ ਜਾਂਦਾ। ਉਸ ਟਾਈਮ ਉਹਨੇ ਰੂਥ ਦੇ ਅੱਗੇ ਵੀ ਇਦਾਂ ਦੇ 2 ਰਸਤੇ ਰੱਖੇ। ਇੱਕ ਪਾਸੇ ਤੇਰੇ ਅੱਗੇ ਪਰਮੇਸ਼ਰ ਦਾ ਰਸਤਾ ਉਹਨੇ ਕਿਹਾ, ਦੂਸਰੇ ਪਾਸੇ ਤੇਰਾ ਮਾਂ ਪਿਓ ਹੈ ਤੇ ਤੂੰ ਦੂਜਾ ਵਿਆਹ ਕਰਕੇ ਆਪਣੀ ਜ਼ਿੰਦਗੀ ਨੂੰ ਬੜੇ ਅੱਛੇ ਤਰੀਕੇ ਨਾਲ ਜੀ ਸਕਦੀ। ਉਹਨੇ ਕਿਹਾ ਨਹੀਂ, ਮੈਂ ਪਰਮੇਸ਼ਰ ਦਾ ਰਸਤਾ ਚੁਣਾਂਗੀ। ਹਾਲੇਲੂਇਆ। ਖੁਦਾ ਉਹਨਾਂ ਲੋਕਾਂ ਦੇ ਲਈ ਆਇਆ ਜਿਹੜੇ ਲੋਕ ਅੱਜ ਵੀ ਪਰਮੇਸ਼ਰ ਦਾ ਰਸਤਾ ਚਾਹੁੰਦੇ ਨੇ, ਅੱਜ ਵੀ ਉਹ ਗਲਤ ਕੰਮਾਂ ਨੂੰ ਜਿਹੜੇ ਤਿਆਗਦੇ ਨੇ, ਪਰਮੇਸ਼ਰ ਦੀ ਕੁਰਬਾਨੀ ਨੂੰ ਸਮਝਦੇ ਨੇ ਕਿ ਸੱਚੀ ਮੁੱਚੀ ਸਾਡੇ ਲਈ ਯਿਸੂ ਮਸੀਹ ਮਰਿਆ, ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ। ਇਹ ਨਹੀਂ ਕਿ ਥੋੜੀ ਜਿਹੀ ਮੁਸੀਬਤ ਆਈ ਤੇ ਛੱਡ ਕੇ ਪਰਮੇਸ਼ਰ ਨੂੰ ਜਲਦੀ ਆਪਣਾ ਮਿੰਟੋ ਮਿੰਟ ਸਿਸਟਮ ਚੇਂਜ ਕਰ ਲਿਆ ਤੇ ਦੂਜੇ ਰਸਤੇ ਤੇ ਚਲੇ ਗਏ ਜਿੱਧਰ ਬੈਨੀਫਿਟ ਹੋ ਗਿਆ। ਇਹ ਨਹੀਂ, ਪ੍ਰਭੂ ਉਹਨਾਂ ਲੋਕਾਂ ਨੇ ਪਸੰਦ ਕਰਦਾ ਜਿਹੜਾ ਪਰਮੇਸ਼ਰ ਦੇ ਨਾਲ ਕਦਮ ਮਿਲਾ ਕੇ
ਚੱਲਦਾ। ਔਰ ਇਸ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਹੋਰ ਦੱਸਾਂਗਾ, ਜਦੋਂ ਰੂਤ ਦੀ ਕਿਤਾਬ 1 ਅਧਿਆਇ 14 ਵਚਨ ਤੋਂ ਲੈ ਕੇ, ਜਦੋਂ 1 ਤੋਂ ਲੈ ਕੇ 1 ਅਧਿਆਇ 1 ਤੋਂ ਲੈ ਕੇ 14 ਵਚਨ ਤੱਕ ਪੜ੍ਹਦੇ ਹਾਂ ਤਾਂ ਲਿਖਿਆ, ਉਹਨੇ ਆਪਣੇ ਸੱਸ ਨੂੰ ਪਤਾ ਕੀ ਗੱਲ ਕਹੀ, ਜਿੱਥੇ ਤੂੰ ਜਾਏਂਗੀ ਉੱਥੇ ਮੈਂ ਜਾਵਾਂਗੀ, ਜਿੱਥੇ ਤੂੰ ਚੱਲੇਂਗੀ ਉੱਥੇ ਮੈਂ ਚੱਲਾਂਗੀ, ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ, ਜਿੱਥੇ ਤੂੰ ਰੁਕੇਂਗੀ ਉੱਥੇ ਹੀ ਮੈਂ ਰੁਕਾਂਗੀ। ਹਾਲੇਲੂਇਆ। ਲਿਖਿਆ ਉਹ ਉਹਦੇ ਨਾਲ ਰੁਕ ਗਈ, ਦੂਸਰੀ ਔਰਤਾਂ ਨੂੰ ਛੱਡ ਗਈ ਪਰ ਉਹ ਉਹਦੇ ਨਾਲ ਰੁਕ ਗਈ। ਰੁਕਣ ਦਾ ਮਤਲਬ ਸਮਝਦੇ ਹੋ? ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਣ ਜੀਵਨ ਦੇ ਵਿੱਚ, ਬਹੁਤ ਸਾਰੀਆਂ ਮੁਸ਼ਕਲਾਂ ਆ ਜਾਣ ਜੀਵਨ ਦੇ ਵਿੱਚ, ਬੇਸ਼ੱਕ ਤੁਹਾਡੇ ਜੀਵਨ ਤਬਾਹ ਹੋਣ ਤੇ ਆ ਜਾਏ, ਸਭ ਕੁਝ ਖਤਮ ਹੋ ਜਾਏ, ਪਰ ਤੁਸੀਂ ਆਪਣੀ ਜ਼ੁਬਾਨ ਤੇ ਟਿਕੇ ਰਹੋ ਕਿ ਸੱਚੀ ਮੁੱਚੀ ਪਰਮੇਸ਼ਰ ਮੇਰੇ ਜੀਵਨ 'ਚ ਕੰਮ ਕਰ ਸਕਦਾ। ਫਿਰ ਯਿਸੂ ਮਸੀਹ ਤੁਹਾਡੇ ਲਈ ਆਇਆ, ਫਿਰ ਯਿਸੂ ਮਸੀਹ ਦਾ ਜਨਮ ਤੁਹਾਡੇ ਜੀਵਨ ਦੇ ਵਿੱਚ ਹੋਇਆ। ਜੇ ਤੁਹਾਡੇ ਜੀਵਨ ਦੇ ਅੰਦਰ ਇਹ ਕੁਆਲਿਟੀ ਹੈ, ਜੇ ਸੱਚੀ ਮੁੱਚੀ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਲੋਕ ਕਹਿੰਦੇ ਹੋ, ਤਾਂ ਫਿਰ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਪ੍ਰਸਥਿਤੀ ਜਿਵੇਂ ਦੀ ਮਰਜ਼ੀ ਹੋ ਜਾਏ, ਹਾਲਾਤ ਜਿਵੇਂ ਦੇ ਮਰਜ਼ੀ ਹੋ ਜਾਣ, ਮੁਸ਼ਕਲਾਂ ਜਿਵੇਂ ਦੀਆਂ ਮਰਜ਼ੀ ਹੋ ਜਾਣ, ਪਰ ਯਿਸੂ ਨੂੰ ਕਦੇ ਨਹੀਂ ਛੱਡਾਂਗੇ। ਅਸੀਂ ਉਹਦੇ ਨਾਲ ਰੁਕਾਂਗੇ, ਚਾਹੇ ਦਿਨ ਹੋਏ ਚਾਹੇ ਰਾਤ ਹੋਏ, ਅਸੀਂ ਉਹਦੇ ਨਾਲ ਰੁਕਾਂਗੇ। ਉਹਨੇ ਆਪਣੀ ਸੱਸ ਨੂੰ ਕਿਹਾ ਕਿ ਜਿਹੜੇ ਤੇਰੇ ਲੋਕ ਹੋਣਗੇ ਉਹ ਮੇਰੇ ਲੋਕ ਹੋਣਗੇ। ਵੇਖੋ ਤੁਸੀਂ ਗੱਲ, ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਦੂਸਰੇ ਕਬੀਲੇ ਨੂੰ ਅਪਣਾਉਣਾ, ਜਿਹਨੂੰ ਵੇਖਿਆ ਵੀ ਨਹੀਂ, ਜਿਨ੍ਹਾਂ ਦੇ ਲੋਕਾਂ ਦੇ ਨਾਲ ਉਹ ਕਦੇ ਰਹੀ ਵੀ ਨਹੀਂ, ਪਰ ਉਹਨੇ ਕਿਹੜੇ ਲੋਕ ਵੇਖੇ ਸੀ? ਸੱਸ, ਸਹੁਰਾ ਤੇ ਆਪਣੇ ਘਰ ਵਾਲਾ, ਉਹਨੇ ਉਹ ਲੋਕ ਵੇਖੇ ਸੀ। ਔਰ ਉਹਨੇ ਉਹਨਾਂ ਦੇ ਕਬੀਲੇ ਤੋਂ ਆਈਡੀਆ ਲਾ ਲਿਆ ਕਿ ਜੇ ਇਹ ਨੇਕ ਦਿਲ ਨੇ ਤੇ ਇਹਨਾਂ ਦੇ ਲੋਕ ਵੀ ਨੇਕ ਦਿਲ ਹੋਣਗੇ। ਇਹ ਬੜੇ ਲੋਕ, ਘੱਟ ਲੋਕਾਂ ਦੇ ਵਿੱਚ ਕੁਆਲਿਟੀ ਹੁੰਦੀ। ਜਦੋਂ ਤੁਸੀਂ ਜਾਂਦੇ ਹੋ ਨਾ ਅੱਜ ਦੇ ਟਾਈਮ ਦੇ ਵਿੱਚ, ਤੁਸੀਂ ਦੇਖ ਲੈਣਾ ਇੱਥੇ ਆਪਣੇ ਕਬੀਲੇ ਨੂੰ ਤਾਂ ਫੜਨ ਦੀ, ਆਪਣੇ ਕਬੀਲੇ ਨੂੰ ਨਹੀਂ ਲੋਕ ਬਣਾਉਂਦੇ। ਆਪਣੇ ਕਬੀਲੇ ਦਾ ਮਤਲਬ ਸਮਝਦੇ, ਮਤਲਬ ਆਪਣੀ ਖੁਦ ਦੀਆਂ ਜਿਹੜੀਆਂ ਜੀਵਨ ਦੀਆਂ ਗਤੀਆਂ ਵਿਧੀਆਂ ਨੂੰ ਨਹੀਂ ਅਪਣਾ ਕੇ ਖੁਸ਼, ਆਪਣਾ ਰਸਤਾ ਹੀ ਇਨਸਾਨ ਨੂੰ ਪਤਾ ਨਹੀਂ ਹੁੰਦਾ ਮੈਂ ਕਿੱਧਰ ਜਾਣਾ। ਭੜਕਾਊ, ਮਤਲਬ ਭੜਕਾਊ ਮਨ ਦੇ ਅੰਦਰ ਗੱਲਾਂ ਹੁੰਦੀਆਂ ਨੇ, ਸੋ ਉਹਦੇ ਸਾਹਮਣੇ ਰਸਤੇ ਹੁੰਦੇ ਨੇ, ਉਹ ਆਪਣੇ ਆਪ ਨੂੰ ਨਹੀਂ ਅਪਣਾ ਪਾਉਂਦੇ ਜੀਵਨ ਦੇ ਵਿੱਚ। ਜਿਹੜਾ ਬੰਦਾ ਆਪਣੇ ਆਪ ਨੂੰ ਅਪਣਾ ਜਾਂਦਾ ਨਾ ਕਿ ਮੈਂ ਸੱਚੀ ਮੁੱਚੀ ਆਈ ਹਾਂ, ਵਿਖਾਵੇ ਦਾ ਜੀਵਨ ਨਹੀਂ ਜੀਣਾ। ਮਤਲਬ ਜੋ ਹੈ ਸੋ ਹੈ, ਜੋ ਰੀਅਲ ਦੇ ਵਿੱਚ ਉਹੀ ਰੀਅਲ ਦੇ ਵਿੱਚ, ਅਸਲੀ ਉਹੀ ਹੈ, ਡੁਪਲੀਕੇਟ ਜੀਵਨ ਨਹੀਂ ਜੀਣਾ। ਉਹਨੇ ਕਿਹਾ ਕਿ ਜਿਹੜਾ ਤੇਰਾ ਕਬੀਲਾ ਨਾ ਮਾਂ, ਉਹੀ ਆ ਕਬੀਲਾ ਮੇਰਾ ਹੋਏਗਾ। ਉਹਨੇ ਦੇਖਿਆ ਨਹੀਂ ਕਿ ਉਸ ਕਬੀਲੇ ਦੇ ਅੰਦਰ ਕਿੰਨੀ ਸ਼ਾਨੋ ਸ਼ੌਕਤ ਹੋਏਗੀ, ਕਿੰਨਾ ਸਭ ਕੁਝ ਹੋਏਗਾ। ਉਹਨੇ ਕਿਹਾ ਮਾਂ ਤੂੰ ਅੱਜ ਗਰੀਬ ਹੋ ਸਕਦਾ, ਤੇਰਾ ਕਬੀਲਾ ਵੀ ਗਰੀਬ ਹੋਏ, ਪਰ ਮੈਨੂੰ ਉਹ ਗਰੀਬੀ ਪਸੰਦ ਹੈ, ਕਿਉਂਕਿ ਉਹਦੇ ਅੰਦਰ ਸੱਚਾਈ ਹੈ, ਕਿਉਂਕਿ ਉਹਦੇ ਅੰਦਰ ਵਿਸ਼ਵਾਸ ਹੈ, ਕਿਉਂਕਿ ਉਸ ਕਬੀਲੇ ਦੇ ਅੰਦਰ ਪ੍ਰੇਮ ਹੈ। ਹਾਲੇਲੂਇਆ। ਜ਼ਿੰਦਗੀ ਦੇ ਵਿੱਚ ਸਭ ਕੁਝ ਸ਼ਾਨੋ ਸ਼ੌਕਤ ਮਾਇਨੇ ਨਹੀਂ ਰੱਖਦੀ, ਜ਼ਿੰਦਗੀ ਦੇ ਵਿੱਚ ਸਭ ਕੁਝ ਪੈਸਾ ਹੀ ਮਾਇਨੇ ਨਹੀਂ ਰੱਖਦਾ, ਪਰ ਜੋ ਇਨਸਾਨ ਦੇ ਅੰਦਰ ਦਾ ਜ਼ਮੀਰ ਹੁੰਦਾ ਉਹ ਵੀ ਬਹੁਤ ਮਾਇਨੇ ਰੱਖਦਾ। ਜੋ ਇਨਸਾਨ ਦੇ ਅੰਦਰ ਦੀ ਸੱਚਾਈ ਹੁੰਦੀ ਉਹਦਾ ਵੀ ਬੜਾ ਮਤਲਬ ਹੁੰਦਾ, ਕੁਛ ਉਹਦਾ ਵੀ ਮੋਲ ਹੁੰਦਾ, ਉਹਦਾ ਕੋਈ ਦੇ ਨਹੀਂ ਦੇ ਸਕਦਾ, ਉਹਦਾ ਨਾ ਹੀ ਕੋਈ ਤੁਹਾਨੂੰ ਮੁੱਲ ਮੋੜ ਸਕਦਾ ਜੋ ਤੁਹਾਡੇ ਅੰਦਰ ਹੈ। ਲਿਖਿਆ ਉਹਨੇ, ਜਦੋਂ ਤੁਸੀਂ ਪੜੋਗੇ ਨਾ ਤਾਂ ਲਿਖਿਆ ਉਹਨੇ ਕਿਹਾ ਵੀ ਮਾਂ ਜਿੱਥੇ ਤੂੰ ਮਰ ਜਾਏਂਗੀ, ਜਿੱਥੇ ਤੇਰੀ ਡੈਥ ਹੋ ਜਾਏਗੀ, ਜਿੱਥੇ ਤੈਨੂੰ ਮਿੱਟੀ ਦਿੱਤੀ ਜਾਏਗੀ, ਉੱਥੇ ਹੀ ਮੈਂ ਵੀ ਮਤਲਬ ਆਪਣੇ ਪ੍ਰਾਣਾਂ ਨੂੰ ਤਿਆਗ ਦਾਂਗੀ। ਵੇਖੋ ਤੁਸੀਂ ਆਪਣੀ ਜ਼ਿੰਦਗੀ ਤੱਕ ਦੂਸਰੇ ਦੇ ਹਵਾਲੇ ਕਰ ਦੇਣਾ, ਦੂਸਰੇ ਦੇ ਲਈ ਜੀਣਾ ਕਿੱਡੀ ਤਗੜੀ ਇੱਕ ਐਸੀ ਕੁਆਲਿਟੀ ਹੈ। ਯਿਸੂ ਮਸੀਹ ਦੀ ਜਨਮ ਦਾ ਜਿਹੜਾ ਉਧਾਰ ਦਾ ਮਤਲਬ ਉਹਨਾਂ ਲੋਕਾਂ ਦਾ ਉਧਾਰ ਹੁੰਦਾ ਹੈ, ਯਾਦ ਰੱਖੋ, ਜਿਹੜੇ ਉਸ ਕਾਬਲ ਹੁੰਦੇ ਨੇ। ਉਹ ਜਿਹੜੀ ਦੂਤ ਦੀ ਜਿਹੜੀ ਭਵਿੱਖਬਾਣੀ ਸੀ ਨਾ ਯੂਸਫ ਨੂੰ, ਜਿਹੜੀ ਉਹਨੇ ਗੱਲ ਕਹੀ ਕਿ ਉਹ ਜਿਹੜਾ ਉਹਦਾ ਨਾਮ ਤੂੰ ਯਿਸੂ ਰੱਖੀ, ਔਰ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਗਾ। ਸਮਝ ਆ ਰਹੀ? ਆਪਣੇ ਲੋਕ ਉਹ ਨੇ ਜਿਹੜੇ ਪਰਮੇਸ਼ਰ ਦੇ ਰਸਤੇ ਤੇ ਚੱਲਦੇ ਨੇ, ਉਹਦੇ ਨਾਲ ਕੋਈ ਕਿਸੇ ਜਾਤ ਪਾਤ ਦਾ ਮਤਲਬ ਨਹੀਂ ਹੈਗਾ, ਚਾਹੇ ਉਹ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਇਹ ਕੋਈ ਮਤਲਬ ਨਹੀਂ ਰੱਖਦਾ। ਪਰ ਜੇਕਰ ਉਹ ਇਨਸਾਨ ਪਰਮੇਸ਼ਰ ਦੇ ਰਸਤੇ ਤੇ ਚੱਲਦਾ ਤਾਂ ਉਹ ਪਰਮੇਸ਼ਰ ਦਾ ਹੀ ਇਨਸਾਨ ਹੈ, ਪਰਮੇਸ਼ਰ ਦਾ ਹੀ ਉਹ ਬੰਦਾ ਹੈ। ਲਿਖਿਆ ਰੂਤ ਨੇ ਕਿਹਾ ਜਿੱਥੇ ਤੂੰ ਮਰ ਜਾਏਂਗੀ ਉੱਥੇ ਮੈਂ ਵੀ ਮਰ ਜਾਵਾਂਗੀ। ਦੇਖੋ ਤੁਸੀਂ ਆਪਣੇ ਜੀਵਨ ਨੂੰ ਦੂਜੇ ਦੇ ਲਈ ਖਤਮ ਕਰ ਦੇਣ ਵਾਲਾ ਪਰਮੇਸ਼ਰ ਦੇ ਜਨਮ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਦਾ। ਯਿਸੂ ਮਸੀਹ ਉਹਨਾਂ ਲੋਕਾਂ ਦੇ ਲਈ ਆਇਆ, ਗੁਨਾਹਗਾਰ ਹੋਣ ਦੇ ਬਾਵਜੂਦ ਵੀ, ਅਨੇਕ ਜਾਤੀਆਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਦੇ ਰਸਤੇ ਨੂੰ ਨਹੀਂ ਛੱਡਦੇ, ਨੇਕੀਆਂ ਨੂੰ ਨਹੀਂ ਛੱਡਦੇ, ਅੱਛੇ ਰਾਸਤੇ ਨੂੰ ਅਪਣਾਉਂਦੇ ਨੇ। ਲਿਖਿਆ ਕਿ ਜਦੋਂ ਅਸੀਂ ਰੂਤ ਦੀ ਕਿਤਾਬ 2 ਅਧਿਆਇ 2 ਵਚਨ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਲਿਖਿਆ ਉਹਨੇ ਆਪਣੀ ਸੱਸ ਨੂੰ ਕਿਹਾ, ਜਦੋਂ ਉਹ ਆਪਣੇ ਦੂਸਰੇ ਨਗਰ ਦੇ ਵਿੱਚ ਆ ਗਈਆਂ ਜਿੱਥੇ ਉਹਨਾਂ ਨੇ ਜਾਣਾ ਸੀ, ਤਾਂ ਉਸ ਜਗ੍ਹਾ ਦੇ ਉੱਤੇ ਲਿਖਿਆ ਉਹਨੇ ਕਿਹਾ ਮਾਂ ਮੈਨੂੰ ਕੰਮ ਕਰਨ ਦੇ ਲਈ ਜਾਣ ਦੇ, ਮੈਂ ਤੇਰੇ ਲਈ ਕੁਝ ਖਾਣ ਲਈ ਲੈ ਕੇ ਆਵਾਂਗੀ। ਦੇਖੋ ਤੁਸੀਂ, ਉਹਨੇ ਆਪਣੀ ਸੱਸ ਦੇ ਲਈ, ਉਸ ਔਰਤ ਨੇ ਆਪਣੀ ਸੱਸ ਦੇ ਲਈ ਜਾ ਕੇ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਨਾ, ਉੱਥੋਂ ਕਣਕ ਇਕੱਠੀ ਕਰਨੀ, ਫਿਰ ਉਹਨਾਂ ਦੋਵਾਂ ਨੇ, ਨੂੰਹ ਤੇ ਸੱਸ ਨੇ ਗੁਜ਼ਾਰਾ ਕਰਨਾ। ਸਹੀ ਮਾਇਨੇ ਦੇ ਵਿੱਚ ਦੇਖੋ, ਸਖਤ ਕੰਮ ਕਰਨਾ ਕਿਸੇ ਦੂਸਰੇ ਬੰਦੇ ਦੇ ਲਈ ਜਿੰਦਾ ਕੋਈ ਮਤਲਬ ਨਹੀਂ ਬਣਦਾ। ਜ਼ਿੰਦਗੀ ਨੂੰ ਜੀਣਾ, ਇੱਕ ਪਰਮੇਸ਼ਰ ਦੇ ਜਨਮ ਨੂੰ ਆਪਣੇ ਜੀਵਨ ਦੇ ਵਿੱਚ
ਪੂਰਾ ਕਰਨਾ ਹੈ। ਐਸ਼ ਪ੍ਰਸਤੀ ਵੱਲ ਤਾਂ ਸਾਰੇ ਭੱਜਦੇ ਨੇ, ਪਰ ਇਹੋ ਜਿਹੀ ਜਿਹੜੀ ਸਮੱਸਿਆ, ਇਹੋ ਜਿਹੀ ਪ੍ਰਸਥਿਤੀ ਦੇ ਵਿੱਚੋਂ 100 ਵਿੱਚੋਂ ਕੋਈ ਇੱਕ ਇਨਸਾਨ ਹੀ ਨਿਕਲਦਾ। ਮੇਰੇ ਭੈਣੋ ਤੇ ਭਰਾਓ, ਇਹ ਉਹਨਾਂ ਲੋਕਾਂ ਦੇ ਲਈ ਵਚਨ ਹੈ ਜਿਹੜੇ ਕਹਿੰਦੇ ਨੇ ਕਿ ਯਿਸੂ ਮਸੀਹ ਸਾਡੇ ਲਈ ਆਇਆ। ਜੇ ਯਿਸੂ ਮਸੀਹ ਉਹਨਾਂ ਦੇ ਲਈ ਆਇਆ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਯਿਸੂ ਮਸੀਹ ਨੂੰ ਜੀਵਨ ਦੇ ਵਿੱਚ ਅਪਣਾਉਣ ਦੇ ਨਾਲ ਨਾਲ ਕੁਝ ਗੱਲਾਂ ਵੀ ਨੇ ਜਿਹੜੀਆਂ ਸਾਨੂੰ ਅਪਣਾਉਣੀਆਂ ਪੈਂਦੀਆਂ ਨੇ। ਹੋ ਸਕਦਾ ਉਹਦੇ ਵਿੱਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ, ਹੋ ਸਕਦਾ ਉਹਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਹੋ ਸਕਦਾ ਤੁਹਾਨੂੰ ਆਪਣਾ ਜੀਵਨ ਹੀ ਕਿਸੇ ਦੂਸਰੇ ਬੰਦੇ ਲਈ ਜੀਣਾ ਪਵੇ, ਪਰ ਪਿੱਛੇ ਨਹੀਂ ਹਟਣਾ, ਖੜੇ ਰਹਿਣਾ, ਉਹਦੇ ਨਾਲ ਚੱਲਣਾ, ਉਹਦੇ ਨਾਲ ਰਹਿਣਾ ਔਰ ਉਹਦੇ ਲਈ ਕੰਮ ਕਰਨਾ। ਦੇਖੋ ਪਰਮੇਸ਼ਰ ਤੁਹਾਨੂੰ ਕਿੰਨਾ ਫਲ ਦੇਗਾ। ਜਦੋਂ ਤੁਸੀਂ ਰੂਥ ਦਾ ਫਿਊਚਰ ਦੇਖੋਗੇ ਨਾ, ਲਿਖਿਆ ਉਹਨੇ ਇੰਨਾ ਤਾਂ ਕਰ ਦਿੱਤਾ, ਮੈਂ ਤੁਹਾਨੂੰ ਇੰਨਾ ਤਾਂ ਦੱਸ ਦਿੱਤਾ ਕਿ ਉਹਨੇ ਇੰਨਾ ਕਰ ਦਿੱਤਾ, ਪਰ ਅੱਗੇ ਆਉਣ ਵਾਲਾ ਫਿਊਚਰ ਉਹਦਾ ਬੜਾ ਸੈੱਟ ਹੋ ਗਿਆ। ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਉਹਦੇ ਲਈ ਇੱਕ ਐਸਾ ਇਨਸਾਨ ਭੇਜਿਆ ਜਿਹਨੇ ਉਹਦੇ ਪੂਰੇ ਪਰਿਵਾਰ ਨੂੰ ਅਪਣਾ ਲਿਆ। ਰੂਥ ਦਾ ਉਹਦੇ ਨਾਲ ਵਿਆਹ ਹੋਇਆ ਔਰ ਉਹਦੀ ਸ਼ਾਦੀ ਹੋਈ ਹੈ। ਉਹ ਰਾਜੇ ਦੇ ਸਮਾਨ ਸੀ ਇਨਸਾਨ ਉਸ ਟਾਈਮ ਦੇ ਵਿੱਚ, ਜਿਹੜਾ ਲੋਕਾਂ ਦੇ ਉੱਤੇ ਰਾਜ ਕਰਦਾ ਸੀ। ਪ੍ਰਭੂ ਨੇ ਉਹਨੂੰ ਇੱਕ ਬਹੁਤ ਵੱਡੀ ਸਟੇਜ ਤੇ ਪਹੁੰਚਾਇਆ, ਇੱਕ ਹਾਈ ਲੈਵਲ ਦੇ ਉੱਤੇ ਪ੍ਰਭੂ ਨੇ ਉਹਦੇ ਖਾਨਦਾਨ ਨੂੰ ਰੱਖਿਆ, ਔਰ ਉਹਦੀ ਜਿਹੜੀ ਜਗ੍ਹਾ ਸੀ, ਜੋ ਉਹਦੇ ਕਬੀਲੇ ਦੀ ਜਗ੍ਹਾ ਸੀ, ਉਹ ਵੀ ਉਹਨੂੰ ਵਾਪਸ ਮਿਲ ਗਈ। ਉਹਦੀ ਸੱਸ ਦਾ ਜੋ ਜਗ੍ਹਾ ਲੋਕਾਂ ਨੇ ਖੋਹ ਲਈ ਸੀ ਜਦੋਂ ਛੱਡ ਕੇ ਚਲੀ ਗਈ ਸੀ, ਉਹ ਸਾਰੇ ਦੀ ਸਾਰੀ ਵਾਪਸ ਮਿਲ ਗਈ। ਜਿੰਨਾ ਕਰਜ਼ਾ ਸੀ ਉਹ ਵੀ ਖਤਮ ਹੋ ਗਿਆ। ਪ੍ਰਭੂ ਨੇ ਇੱਕ ਐਡਾ ਵੱਡਾ ਕੰਮ ਉਹਨਾਂ ਦੇ ਜੀਵਨ 'ਚ ਕੀਤਾ, ਇੰਨੀ ਵੱਡੀ ਤਰੱਕੀ ਦਿੱਤੀ। ਕਾਰਨ ਕੀ ਸੀ? ਉਹ ਲੋਕ ਸਮਝਦੇ ਸੀ ਕਿ ਪਰਮੇਸ਼ਰ ਉਹਨਾਂ ਦੇ ਲਈ ਅਵੇਲੇਬਲ ਹੈ, ਪਰਮੇਸ਼ਰ ਉਹਨਾਂ ਦੇ ਲਈ ਹੈ। ਉਹ ਸਮਝਦੇ ਸੀ ਕਿ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਵੱਡਾ ਕੰਮ ਕਰ ਸਕਦਾ ਹੈ। ਉਹ ਸਮਝਦੇ ਸੀ ਕਿ ਖੁਦਾ ਉਹਨਾਂ ਦੇ ਜੀਵਨ ਨੂੰ ਬਦਲ ਸਕਦਾ ਹੈ। ਉਹ ਸਮਝਦੇ ਸੀ ਕਿ ਖੁਦਾ ਉਹਨਾਂ ਦੇ ਜੀਵਨ ਨੂੰ ਪਰਿਵਰਤਨ ਕਰ ਸਕਦਾ ਹੈ। ਇੰਨੀ ਜੇਕਰ ਗੱਲ ਸਾਡੇ ਜੀਵਨ ਦੇ ਵਿੱਚ ਹੈ, ਐਡਾ ਵੱਡਾ ਭਰੋਸਾ ਜੇਕਰ ਸਾਡੇ ਜੀਵਨ 'ਚ ਹੈ, ਤਾਂ ਮੇਰੇ ਭੈਣੋ ਤੇ ਭਰਾਓ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਯਿਸੂ ਮਸੀਹ ਤੁਹਾਡੇ ਲਈ ਆਇਆ, ਯਿਸੂ ਮਸੀਹ ਤੁਹਾਡੇ ਲਈ ਆਇਆ, ਯਿਸੂ ਮਸੀਹ ਤੁਹਾਨੂੰ ਬੁਲਾਉਂਦਾ। ਅੱਜ ਕੁਆਲਿਟੀ ਨੂੰ ਆਪਣੇ ਅੰਦਰ ਰੱਖੋ। ਸੱਚੀ ਮੁੱਚੀ ਯਿਸੂ ਦਾ ਜਨਮ ਤੁਹਾਡੇ ਜੀਵਨ 'ਚ ਹੋਇਆ। ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਤੇ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਰਕਤ ਦੇ। ਸਭ ਨੂੰ ਜਾਣ ਸੀ।